ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਲਵੀ ਪੰਨੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਨਾਲ ਖਾਸ ਸ਼ਖਸੀਅਤ ਅੱਜ ਜੁੜੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੀ ਕਮਿਊਨਿਟੀ ਨੂੰ ਲੈ ਕੇ, ਸਾਡੇ ਭਾਈਚਾਰੇ ਨੂੰ ਲੈ ਕੇ ਅੱਜ ਵਿਚਾਰਨ ਨੂੰ ਸਾਨੂੰ ਮਿਲਣਗੀਆਂ, ਸਮਝਣ ਨੂੰ ਮਿਲਣਗੀਆਂ। ਤੇ ਖਾਸ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਯੂਬਾ ਸਿਟੀ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਇਹਨਾਂ ਵੱਲੋਂ ਨਿਭਾਈ ਜਾਂਦੀ, ਉਹਦੇ ਬਾਰੇ ਗੱਲਬਾਤ ਕਰਾਂਗੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਾਰੇ ਗੱਲਬਾਤ ਕਰਾਂਗੇ। ਸਵਾਗਤ ਕਰਦੇ ਹਾਂ ਜੀ, ਸਾਡੇ ਨਾਲ ਸ਼ਾਮਿਲ ਨੇ ਛੱਬਾ ਥਿਆਰਾ ਜੀ। ਮਿਸਟਰ ਥਿਆਰਾ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਨਵੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਂਝਾ ਟੀਵੀ ਦਾ ਬਹੁਤ ਬਹੁਤ ਧੰਨਵਾਦ। ਆਪਾਂ ਇੱਥੇ ਅੱਜ ਕੈਨੇਡਾ ਪਹੁੰਚੇ ਸੀਗੇ ਤਾਂ ਤੁਹਾਡੇ ਨਾਲ ਮੁਲਾਕਾਤ ਕਰਨ ਨੂੰ ਟਾਈਮ ਮਿਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ। ਵੈਸੇ ਤਾਂ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਹੋ, ਸਾਂਝਾ ਟੀਵੀ ਵਾਸਤੇ ਬੜੀ ਮਾਣ ਦੀ ਗੱਲ ਆ। ਸਾਨੂੰ ਹਮੇਸ਼ਾ ਚੰਗਾ ਲੱਗਦਾ ਜਦੋਂ ਤੁਸੀਂ ਸਾਡੇ ਸ਼ਹਿਰ ਆਉਂਦੇ ਹੋ ਤੇ ਖਾਸ ਕਰਕੇ ਸਾਂਝਾ ਟੀਵੀ ਨੂੰ ਤੁਸੀਂ ਖਾਸ ਸਮਾਂ ਦਿੰਦੇ ਹੋ। ਤੁਹਾਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਵੀ ਜਦੋਂ ਤੁਸੀਂ ਯੂਬਾ ਸਿਟੀ ਦੇ ਵਿੱਚ ਆਪਣੀ ਅਰਲੀ ਚਾਈਲਡਹੁੱਡ, ਆਪਣੇ ਬਚਪਨ ਨੂੰ ਚੇਤੇ ਕਰਦੇ ਆ ਤੇ ਤੁਹਾਨੂੰ ਕੀ ਜ਼ਿਹਨ ਦੇ ਵਿੱਚ ਆਉਂਦਾ ਹੈ? ਦੇਖੋ ਜੀ, ਅਸੀਂ 1972 ਦੇ ਵਿੱਚ ਅਮਰੀਕਾ ਦੇ ਵਿੱਚ ਆਏ ਸੀਗੇ ਤਾਂ ਉਦੋਂ ਮੈਂ 9 ਸਾਲਾਂ ਦਾ ਸੀਗਾ। ਤਾਂ ਅਰਲੀ ਚਾਈਲਡਹੁੱਡ ਤਾਂ ਇਹੀ ਹੈ ਵੀ ਨਿਆਣੇ, ਤੁਹਾਨੂੰ ਪਤਾ ਵੀ ਆ ਕੇ ਉੱਥੇ ਜਦੋਂ ਉਹ ਮਾਹੌਲ ਸੀਗਾ ਉਹ ਬਹੁਤ ਡਿਫਰੈਂਟ ਸੀਗਾ। ਬਿਕਾਜ਼ ਕੋਈ ਆਪਣੇ ਪੰਜਾਬੀ ਭਰਾ ਸੀਗੇ ਇਸ ਵੇਲੇ ਯੂਬਾ ਸਿਟੀ ਦੇ ਵਿੱਚ ਐਨ ਫੁੱਲ, ਜਿੱਦਾਂ ਆਪਣੇ ਸਰੀ ਇੱਥੇ ਹੈਗਾ ਇਸ ਲੈਵਲ ਤੋਂ ਤਾਂ ਘੱਟ ਹੈ ਉਹਦਾ, ਪਰ ਕਾਫੀ ਸੰਗਤ ਜਿੰਨੀ ਆਪਣੀ ਯੂਬਾ ਸਿਟੀ ਦੀ ਆ। ਤਾਂ ਯੂਬਾ ਸਿਟੀ ਦਾ ਕਨੈਕਸ਼ਨ ਜਿਹੜਾ ਬਾਹਰ ਦੇ ਮੁਲਕਾਂ ਦੇ ਨਾਲ ਇਹ ਵੀ ਹੈਗਾ ਵੀ ਆਲਮੋਸਟ ਸਾਰੇ ਸ਼ੁਰੂਆਤ ਯੂਬਾ ਸਿਟੀ ਤੋਂ ਕਰਦੇ ਆ, ਕਿਸੇ ਨਾ ਕਿਸੇ ਤਰ੍ਹਾਂ। ਕਿੱਥੇ ਮਰਜ਼ੀ ਚਲ ਜਾਓ ਯੂਬਾ ਸਿਟੀ ਦਾ ਨਾਂ ਆਉਂਦਾ। ਸੋ ਮੇਰੀ ਜਿਹੜੀ ਜਦੋਂ ਪਹਿਲਾਂ ਆ ਕੇ ਜਿਹੜੀ ਸ਼ੁਰੂਆਤ ਇਹ ਹੋਈ ਵੀ ਸਕੂਲੇ ਗਏ ਆ, ਜਿੱਦਾਂ ਚੌਥੀ ਗ੍ਰੇਡ ਦੇ ਵਿੱਚ ਮੈਂ ਲਾਈਵ ਬੁੱਕ ਆਪਣੇ ਸਾਡੇ ਬਾਬਾ ਜੀ ਸੀਗੇ ਜਿਹਨੇ ਸਾਨੂੰ ਮੰਗਾਇਆ ਸੀ, ਭਗਤ ਸਿੰਘ ਥਿਆੜਾ ਉਹਨਾਂ ਦਾ ਨਾਂ ਸੀਗਾ। ਉਹਨੇ ਸਾਨੂੰ ਉੱਥੇ ਰੱਖਿਆ। ਉੱਥੇ ਜਿੱਦਾਂ ਦਾ ਘਰ ਸੀਗਾ ਉੱਥੋਂ ਸ਼ੁਰੂਆਤ ਕੀਤੀ। ਤਾਂ ਉਸ ਤੋਂ ਬਾਅਦ ਪੜ੍ਹਨ ਲੱਗ ਪਏ। ਪੜ੍ਹ ਕੇ ਜਿੱਦਾਂ ਮੈਂ ਕਾਲਜ ਤਾਈਂ ਪੜ੍ਹਿਆ, 2 ਸਾਲ ਕਾਲਜ ਦੇ ਕੀਤੇ। ਫਿਰ ਉਸ ਤੋਂ ਬਾਅਦ ਫਾਰਮਿੰਗ ਸ਼ੁਰੂ ਕਰਤੀ। ਫਾਰਮਿੰਗ ਜਿਹੜੀ ਆ ਉਹ ਫਾਰਮਿੰਗ ਇਸ ਤਰ੍ਹਾਂ ਸ਼ੁਰੂ ਹੋਈ ਵੀ ਖੇਤਾਂ ਦੇ ਆਲੇ ਦੁਆਲੇ ਕੰਮ ਕਰਦੇ ਸੀ। ਉੱਥੋਂ ਦੇਖ ਕੇ ਸਾਡੇ ਬਜ਼ੁਰਗਾਂ ਦੇ ਵੀ ਖਾਸ ਇੰਡੀਆ ਹੀ ਫਾਰਮਿੰਗ ਦਾ ਕੰਮ ਸੀਗਾ। ਉਹਦੇ ਨਾਲ ਫਿਰ ਆਪਾਂ ਫਾਰਮਿੰਗ ਟਰੱਕਿੰਗ ਵੀ ਕੀਤੀ। ਉਦੋਂ ਫਿਰ ਵਿੱਚ ਟਰੱਕਿੰਗ ਛੱਡਤੀ। ਹੁਣ ਫੇਰ ਮੁੜ ਕੇ ਥੋੜ੍ਹੀ ਟਰੱਕਿੰਗ ਵੀ ਕਰਦੇ। ਮੇਰਾ ਛੋਟਾ ਬੇਟਾ ਉਹ ਟਰੱਕਿੰਗ ਦੇ ਵਿੱਚ ਇਸ ਵੇਲੇ। ਤਾਂ ਪਰ ਐਨੀਵੇ ਇੱਦਾਂ ਹੀ ਜਿਹੜਾ ਸੀਗਾ ਸਿਸਟਮ ਹੌਲੀ ਹੌਲੀ ਬਣਦਾ ਗਿਆ। ਤਾਂ ਜਿੱਥੇ ਬੈਠੇ ਇੱਥੇ ਮਹਾਰਾਜ ਦੀ ਬਹੁਤ ਕਿਰਪਾ ਹੈ। ਅੱਛਾ, ਜਦੋਂ ਜ਼ਿਕਰ ਕਰਦੇ ਹੋ ਨਾ, ਤੁਸੀਂ ਹੁਣੇ ਕਿਹਾ ਵੀ ਤੁਸੀਂ ਕਾਲਜ ਦੀ ਪੜ੍ਹਾਈ ਕੀਤੀ ਤਾਂ ਫਿਰ ਤੁਸੀਂ ਫਾਰਮਿੰਗ ਦੇ ਵਿੱਚ ਆ ਗਏ। ਵੈਸੇ ਤਾਂ ਜਦੋਂ ਆਪਾਂ ਇੱਕ ਕਿਰਤੀ ਖਾਨਦਾਨ ਦੇ ਨਾਲ ਸੰਬੰਧਿਤ ਹੋਈਏ, ਖਾਸ ਕਰਕੇ ਜੱਟ ਸਿੱਖ ਪਰਿਵਾਰ ਦੇ, ਸੋ ਆਪਾਂ ਨੂੰ ਪਤਾ ਹੁੰਦਾ ਵੀ ਅਸੀਂ ਖੇਤੀਬਾੜੀ ਜਿਹੜੀ ਸਾਡੇ ਖੂਨ ਦੇ ਵਿੱਚ ਆ। ਪਰ ਕਦੇ ਤੁਸੀਂ ਇਹ ਮਹਿਸੂਸ ਨਹੀਂ ਕੀਤਾ ਵੀ ਇਹ ਮਿਹਨਤ ਵਾਲਾ ਕੰਮ ਆ, ਵੀ ਮੈਂ ਕੋਈ ਇਹੋ ਜਿਹੀ ਨੌਕਰੀ ਕਰ ਲਾਂ ਜਿੱਥੇ ਮੈਨੂੰ ਆਫਿਸ ਦੇ ਵਿੱਚ ਮੈਂ ਇੱਕ ਚੰਗਾ ਫਾਰਮਲ ਸੂਟ ਪਾ ਕੇ ਆਫਿਸ ਦੇ ਵਿੱਚ ਬੈਠ ਜਾਵਾਂ? ਕਿਉਂਕਿ ਅਸੀਂ ਬਹੁਤੀ ਵਾਰੀ ਦੇਖਦੇ ਹਾਂ, ਬੇਸ਼ੱਕ ਤੁਸੀਂ ਬਹੁਤ ਸਕਸੈਸਫੁਲ ਫਾਰਮਰ ਹੋ, ਬਹੁਤ ਤੁਹਾਡਾ ਨਾਮ ਬਣਿਆ ਹੋਇਆ ਇਲਾਕੇ ਦੇ ਵਿੱਚ, ਪਰ ਉਹਦੇ ਨਾਲ ਨਾਲ ਤੁਸੀਂ ਮਿਹਨਤ ਬਹੁਤ ਕਰਦੇ ਹੋ। ਤੁਹਾਡੀ ਮਿਹਨਤ ਬਹੁਤ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਆ। ਸੋ ਕਦੇ ਇੱਦਾਂ ਬੰਦ ਹੀ ਕੀਤਾ ਵੀ ਮੈਂ ਵੀ ਆਰਾਮ ਦੇ ਨਾਲ ਕਿਸੇ ਆਫਿਸ ਦੇ ਵਿੱਚ ਜਾ ਕੇ ਬੈਠਾਂ? ਚਿੱਤ ਤਾਂ ਜ਼ਰੂਰ ਸਾਰਿਆਂ ਦਾ ਕਰਦਾ ਵੀ ਆਰਾਮ ਨਾਲ ਬੈਠੇ ਰਹੀਏ, ਪਰ ਜਿਹੜਾ ਸਾਡਾ ਬਜ਼ੁਰਗਾਂ ਨੇ ਸਾਨੂੰ ਪਹਿਲਾਂ ਤੋਂ ਸਿਖਾ ਲਿਆ ਇਹ ਵੀ ਜਿਹੜੀ ਮਿਹਨਤ ਕਰਕੇ ਬੰਦਾ ਇੱਥੇ ਤੇ ਪਹੁੰਚਦਾ। ਵੀ ਜੇ ਤੁਸੀਂ ਕਹੋ ਵੀ 8 to 5 ਆਫਿਸ ਦੇ ਵਿੱਚ, ਹਾਂ ਆਪਣੀ ਸੰਗਤ ਸਾਰੀ ਸਕਸੈਸਫੁਲ ਆ ਉਸ ਕੰਮ ਦੇ ਵਿੱਚ ਵੀ। ਐਨ ਆਪਾਂ ਇੰਨੇ ਲੱਕੀ ਆ ਵੀ ਸਾਡੇ ਜਿੰਨੇ ਵੀ ਭਾਈਚਾਰੇ ਸਾਰੇ ਹੈਗੇ ਆ ਇੱਥੇ ਕੰਮ ਕਰਕੇ ਵੀ ਸਕਸੈਸਫੁਲ ਆ। ਪਰ ਜਿਹੜਾ ਨੈਕਸਟ ਲੈਵਲ ਆ ਉਹ ਨੈਕਸਟ ਲੈਵਲ ਤਾਂ ਇਹੀ ਆ ਵੀ ਤੁਹਾਨੂੰ ਮਿਹਨਤ ਕਰਕੇ ਦਿਨ ਰਾਤ ਦੀ। ਅਤੇ ਪਰ ਤਰੱਕੀ ਜਿਹੜੀ ਆ ਉਹ ਗੁਰੂ ਮਹਾਰਾਜ ਵੱਲੋਂ ਮਿਲਦੀ ਆ। ਕਈ ਵਾਰੀ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ, ਜੇ ਮਹਾਰਾਜ ਦੇ ਤੁਹਾਡੇ ਸਿਰ 'ਤੇ ਓਟ ਆਸਰਾ ਆਇਆ ਨਹੀਂ ਨਾ, ਤਾਂ ਤੁਹਾਨੂੰ ਤਰੱਕੀ ਨਹੀਂ ਮਿਲ ਸਕਦੀ। ਸੋ ਬਹੁਤ ਸੋਹਣੀ ਤੁਹਾਡੀ ਜਿਹੜੀ ਫਿਲਾਸਫੀ ਆ, ਫਲਸਫਾ ਬੜਾ ਸੋਹਣਾ ਤੁਹਾਡਾ। ਅਤੇ ਪ੍ਰਤੀਤ ਹੁੰਦਾ ਜਿਵੇਂ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਆਦਮੀ ਹੋ। ਕਿਉਂਕਿ ਨਹੀਂ ਤਾਂ ਜਦੋਂ ਖੈਰ ਦੇਖਣ ਨੂੰ ਮਿਲਦਾ ਕਿ ਭਾਈਚਾਰੇ ਦੇ ਵਿੱਚ ਜਦੋਂ ਕੋਈ 4 ਲੋਕ ਜਾਣਨ ਲੱਗ ਜਾਂਦੇ ਆ, ਜਾਂ ਸਾਡੇ ਕੋਲੇ ਦੇਸੀ ਭਾਸ਼ਾ 'ਚ ਕਹਿ ਲਈਏ 4 ਛਿੱਲੜ ਆ ਜਾਂਦੇ ਆ, ਅਤੇ ਅਸੀਂ ਕਈ ਵਾਰੀ ਜ਼ਮੀਨ ਛੱਡ ਦਿੰਦੇ ਹਾਂ। ਪਰ ਪ੍ਰਤੀਤ ਹੁੰਦਾ ਕਿ ਤੁਸੀਂ ਹਾਲੇ ਵੀ ਡਾਊਨ ਟੂ ਅਰਥ ਹੋ, ਬੜੇ ਵਧੀਆ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ। ਸੋ ਅਗਲਾ ਸਵਾਲ ਮੈਂ ਤੁਹਾਨੂੰ ਇਹ ਪੁੱਛਦੀ ਹਾਂ ਕਿ ਯੂਬਾ ਸਿਟੀ ਦਾ ਮਾਹੌਲ ਜਿਹੜਾ, ਉੱਥੋਂ ਦੀ ਫਿਜ਼ਾ ਜਿਹੜੀ ਆ,
ਉਹ ਜ਼ਿਆਦਾ ਕਰਕੇ ਸਾਨੂੰ ਪ੍ਰਤੀਤ ਹੁੰਦੀ ਜਿਵੇਂ ਸਾਡੇ ਪੰਜਾਬ ਦੇ ਪਿੰਡ ਹੁੰਦੇ ਆ। ਅਸੀਂ ਵੀ ਸਾਂਝਾ ਟੀਵੀ ਵੀ ਬਹੁਤ ਵਾਰੀ ਉੱਥੇ ਗਿਆ, ਨਗਰ ਕੀਰਤਨ ਨੂੰ ਅਸੀਂ ਕਵਰੇਜ ਕਰਨ ਵੀ ਉੱਥੇ ਗਏ ਸੀਗੇ। ਲੋਕਾਂ ਦੇ ਦਿਲ ਬੜੇ ਖੁੱਲ੍ਹੇ ਆ, ਲੋਕਾਂ ਦੀ ਸੋਚ ਬੜੀ ਖੁੱਲ੍ਹੀ ਆ, ਸ਼ਰਧਾ ਭਾਵਨਾ ਬੜੀ ਖੁੱਲ੍ਹੀ, ਖਾਸ ਕਰਕੇ ਨਗਰ ਕੀਰਤਨ ਦਾ ਜ਼ਿਕਰ ਕਰਦੇ ਆ। ਸੋ ਤੁਸੀਂ ਆਪਣੇ ਤਜਰਬੇ ਤੋਂ ਇਹ ਦੱਸੋ, ਕਿਉਂਕਿ ਤੁਸੀਂ ਉੱਥੇ ਜੰਮੇ ਪਲੇ ਹੋ, ਇਸ ਗੱਲ ਦਾ ਕੀ ਰਾਜ਼ ਹੋ ਸਕਦਾ ਵੀ ਸਾਡਾ ਭਾਈਚਾਰਾ ਇੰਨੀ ਖੁੱਲ੍ਹਦਿਲੀ ਦੇ ਨਾਲ ਉੱਥੇ ਸਾਰੇ ਇੱਕ ਦੂਸਰੇ ਨਾਲ ਮਿਲ ਵਰਤੋਂ ਰੱਖਦੇ ਆ? ਸਾਡੀ ਜਿਹੜੀ ਇਹ ਗੱਲ ਤੁਸੀਂ ਬਹੁਤ ਕਾਫੀ ਲੰਮੀ ਕਰ ਦਿੱਤੀ, ਪਰ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਯੂਬਾ ਸਿਟੀ ਦੇ ਉੱਤੇ, ਪਰਿਵਾਰਾਂ ਦੇ ਉੱਤੇ ਇੰਨੀ ਕਿਰਪਾ ਆ, ਉਹ ਆਪਾਂ ਸੋਚ ਹੀ ਨਹੀਂ ਸਕਦੇ। ਇਸੇ ਕਰਕੇ ਜਿਹੜਾ ਅੱਜ ਉੱਥੇ ਕਿਸੇ ਤਰ੍ਹਾਂ ਵੀ ਕੋਈ ਪ੍ਰੋਗਰਾਮ ਹੁੰਦਾ, ਤੁਸੀਂ ਨਗਰ ਕੀਰਤਨ 'ਤੇ ਆਉਣੇ ਆ, ਸੰਧੂ ਸਾਹਿਬ, ਬਲਜਿੰਦਰ, ਸਾਰੇ ਜਿੰਨਾ ਤੁਹਾਡਾ ਸਟਾਫ ਆ, ਇਟਸ ਸੋ ਨਾਈਸ ਐਂਡ ਕਾਈਂਡ। ਇਹਦੇ ਕਰਕੇ ਮੋਰੇ ਵੀ ਜਿਹੜਾ ਹੈਗਾ ਇਹ ਸਾਰੇ ਇਸੇ ਤਰੀਕੇ ਨਾਲ ਤੁਹਾਡੇ ਨਾਲ ਵਰਤੋਂ ਕਰਦੇ ਆ। ਬਿਕਾਜ਼ ਕੈਨੇਡਾ ਤੋਂ ਜਾ ਕੇ ਟਰੱਕ ਲਿਜਾ ਕੇ ਉੱਥੇ ਸੇਵਾ ਕਰਨੀ, ਇੱਦਾਂ ਹੀ ਲੋਕ ਦੂਰੋਂ ਦੂਰੋਂ ਉੱਥੇ ਆ ਕੇ ਸਾਡੇ ਸਾਰੇ ਸੇਵਾ ਕਰਦੇ ਆ। ਸੋ ਇਸੇ ਕਰਕੇ ਮੈਂ ਇਹ ਕਹੂੰਗਾ ਵੀ ਜਿਹੜਾ ਆਪਣੀ ਸੰਗਤ ਉੱਥੇ ਆ, ਇੱਕ ਦੂਜੇ ਨਾਲ ਪਿਆਰ ਇੰਨਾ ਕਰਦੀ ਆ ਤੇ ਸਪੈਸ਼ਲ ਤੌਰ 'ਤੇ ਉਸ ਦਿਨ ਦੇ ਉੱਤੇ, ਤਾਂ ਬਾਕੀ ਮਹਾਰਾਜ ਦੀ ਕਿਰਪਾ ਬਹੁਤ ਉੱਥੇ। ਬਿਲਕੁਲ। ਤੁਸੀਂ ਹੁਣ ਆਪਾਂ ਜੇ ਸਾਨੂੰ ਇਹ ਦੱਸੋ ਕਿ ਜਦੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜ਼ਿਕਰ ਆਉਂਦਾ, ਕਿਉਂਕਿ ਤੁਸੀਂ ਸਿੱਧੇ ਤੌਰ 'ਤੇ ਉੱਥੇ ਇਨਵੋਲਵ ਹੋ ਤੇ ਤੁਸੀਂ ਪ੍ਰਧਾਨਗੀ ਦੀ ਭੂਮਿਕਾ ਵੀ ਨਿਭਾ ਰਹੇ ਹੋ, ਜਦੋਂ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜੋੜਨ ਦਾ ਜ਼ਿਕਰ ਆਉਂਦਾ, ਖਾਸ ਕਰਕੇ ਨੌਜਵਾਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੀ ਹੰਭਲੇ ਮਾਰੇ ਜਾਂਦੇ ਆ ਵੀ ਨੌਜਵਾਨ ਸਾਡੇ ਬੱਚੇ ਜਿਹੜੇ ਉਹ ਵੱਧ ਤੋਂ ਵੱਧ ਗੁਰਦੁਆਰੇ ਦੀ ਕਮੇਟੀ ਨਾਲ ਜੁੜਨ, ਇਹੋ ਜਿਹੇ ਕਾਰਜਾਂ ਦੇ ਵਿੱਚ ਹਿੱਸਾ ਪਾਉਣ? ਦੇਖੋ ਜੀ, ਸਾਡੇ ਗੁਰੂ ਘਰ ਦੇ ਵਿੱਚ ਇਸ ਵੇਲੇ 31 ਬੋਰਡ ਦੇ ਡਾਇਰੈਕਟਰ ਆ, 7 ਸੰਘ ਸਲੇਟ ਆ, ਜਿਹਦੇ ਵਿੱਚ ਮੁੱਖ ਸੇਵਾਦਾਰ ਗੁਰੂ ਮਹਾਰਾਜ ਨੇ ਸੰਗਤ ਨੇ ਮੈਨੂੰ ਬਖਸ਼ੀ ਆ। ਬਾਕੀ ਤੇਜਿੰਦਰ ਸਿੰਘ ਦਸਾਂਝ ਜੋ ਸੈਕਟਰੀ ਆ ਗੁਰੂ ਘਰ ਦਾ, ਗੁਰਚਰਨ ਸਿੰਘ ਰੰਧਾਵਾ ਜਿਹੜਾ ਹੈਗਾ ਟਰੈਜਰ, ਫਿਰ ਉੱਥੇ ਆਪਣੇ ਸਾਡਾ ਸਟੇਜ ਸੈਕਟਰੀ ਹੈਗਾ ਜੈਬ ਸਿੰਘ ਮੱਲੀ। ਟੀਮ ਇੰਨੀ ਵਧੀਆ ਉੱਥੇ ਬਣੀ ਆ, ਉਹਦੇ ਨਾਲ ਸਾਡੇ ਕੋਲ ਸਕੂਲ ਚਲਾ ਰਹੇ ਹੋ ਉੱਥੇ, ਇਹ ਕੀ ਮੋਰੇ ਲਾਇਬ੍ਰੇਰੀ ਵੀ ਬਣਾਈ ਗਈ ਆ, ਜਿਹਦੇ ਨਾਲ ਜਿਹੜੀ ਸੰਗਤ ਆ ਉਹਨੂੰ ਬੁੱਕਾਂ ਵਗੈਰਾ ਜੋ ਵੀ ਚਾਹੀਦਾ, ਕੋਸ਼ਿਸ਼ ਇਹ ਕੀਤੀ ਗਈ ਮੇਰੇ ਵੱਲੋਂ, ਆਪਣੇ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ ਇਹ ਆ ਵੀ ਜਿਹੜੀ ਇੱਕ ਸਰਵਿਸ ਆ ਉਹ ਓਪਨ ਕਰ ਦਿਓ ਗੁਰਦੁਆਰੇ ਦੀ, ਤੇ ਕੋਈ ਵੀ ਆਵੇ ਕੋਈ ਜਾਵੇ ਉੱਥੇ ਸਾਰਿਆਂ ਨੂੰ ਸਰਵਿਸ ਦਿਓ। ਚਾਰੇ ਦਰਵਾਜ਼ੇ ਖੁੱਲ੍ਹੇ ਆ ਗੁਰੂ ਘਰ ਦੇ, ਇਹ ਨਹੀਂ ਵੀ ਕਿਸੇ ਦਾ ਪ੍ਰੋਗਰਾਮ ਆ ਜਾਂ ਕੁਛ। ਸਪੈਸ਼ਲ ਤੌਰ 'ਤੇ ਜਿਹੜਾ ਯੰਗ ਜਨਰੇਸ਼ਨ ਆ ਉਹਦੇ ਲਈ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਮਰਜ਼ੀ ਹੈ ਉਹਨਾਂ ਨੂੰ ਨਾਲ, ਉਹਨਾਂ ਦੇ ਪਰਿਵਾਰਾਂ ਨੂੰ ਇਹ ਕਹੀਦਾ, ਨਗਰ ਕੀਰਤਨ 'ਤੇ ਵੀ ਇਹ ਕਹੀਦਾ ਕਿ ਯੰਗ ਜਨਰੇਸ਼ਨ ਨੂੰ ਜ਼ਰੂਰ ਲੈ ਕੇ ਆਓ ਨਾਲ। ਸੋ ਸਾਡੀ ਤਾਂ ਕੋਸ਼ਿਸ਼ ਇਹੀ ਆ ਜਿਹਦੇ ਨਾਲ ਆਪਣੀ ਸੰਗਤ ਦੇ ਨਾਲ ਸਾਰਾ ਜੋੜ ਹੋ ਸਕੇ। ਪਰ ਜਦੋਂ ਤੁਸੀਂ ਓਪਨ ਕਰ ਦਿੰਦੇ, ਆਪਣੇ ਬਾਹਾਂ ਖੋਲ੍ਹ ਦਿੰਦੇ ਆ, ਤਾਂ ਮਹਾਰਾਜ ਆਪ ਹੀ ਸੰਗਤ ਨੂੰ ਜੋੜ ਦਿੰਦਾ। ਸੋ ਇਹੀ ਜਿੰਨਾ ਮੈਂ 3 ਸਾਲਾਂ ਦੇ ਵਿੱਚੋਂ ਦੇਖ ਰਿਹਾ ਕਿ ਸੰਗਤ ਗੁਰੂ ਘਰ ਦੇ ਵਿੱਚ, ਤੁਸੀਂ ਵੀ ਜਾਣਦੇ ਆ, ਦੇਖਦੇ ਆ, ਹਰੇਕ ਸਾਲ ਵੱਧਦੀ ਆ। ਸੋ ਇੱਕ ਪਿਆਰ ਆ, ਪਿਆਰ ਦੇ ਨਾਲ ਇਹੀ ਮੇਰੀ ਤਾਂ ਇਹੀ ਸੋਚ ਆ ਕਿ ਜਿਹੜਾ ਕਿਸੇ ਨੇ ਆਪਾਂ ਇਕੱਠੇ ਸਾਰਿਆਂ ਨੂੰ ਕਰ ਰੱਖੀਏ, ਤਾਂ ਬਾਕੀ ਮਹਾਰਾਜ ਨੂੰ ਪਤਾ। ਅੱਛਾ, ਪਿਛਲੀ ਵਾਰੀ ਜਦੋਂ ਅਸੀਂ ਸਾਰੀ ਸਾਂਝਾ ਟੀਵੀ ਦੀ ਟੀਮ ਉੱਥੇ ਗਈ ਸੀ ਯੂਬਾ ਸਿਟੀ ਵਿਖੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਵਾਸਤੇ, ਗੁਰਦੁਆਰਾ ਸਾਹਿਬ ਉਦੋਂ ਅੰਡਰ ਕੰਸਟਰਕਸ਼ਨ ਸੀ। ਇਨਫਰਾਸਟ੍ਰਕਚਰ ਦੇ ਬਾਰੇ ਜਦੋਂ ਆਪਾਂ ਗੱਲ ਕਰੀਏ, ਸੋ ਪਿਛਲੇ ਸਾਲ ਨਾਲੋਂ ਹੁਣ, ਕਿਉਂਕਿ ਬਹੁਤ ਵਾਰੀ ਅਸੀਂ ਤਸਵੀਰਾਂ ਦੇ ਵਿੱਚ ਦੇਖੀਦਾ ਜਾਂ ਸੁਣੀਦਾ ਵੀ ਆ, ਬਹੁਤ ਸਾਰੇ ਉੱਥੇ ਨਵੇਂ ਕਮਰੇ ਬਣ ਚੁੱਕੇ ਆ ਜਿਹੜੇ ਕਿ ਕਰੀਬ 30 ਤੋਂ ਜ਼ਿਆਦਾ ਆ। ਗੁਰਦੁਆਰੇ ਦੀ ਬਿਲਡਿੰਗ ਬੜੀ ਸੋਹਣੀ ਬਣ ਚੁੱਕੀ ਹੈ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਪਿਛਲੇ ਸਾਲ ਨਾਲੋਂ ਜਦੋਂ ਆਪਾਂ ਬਿਲਡਿੰਗ ਦੀ ਗੱਲ ਕਰਦੇ ਹਾਂ ਵੀ ਹੁਣ ਕਿੰਨੀ ਕੁ ਨਵੀਂ ਬਣ ਗਈ? ਦੇਖੋ ਜੀ, ਪਿਛਲੇ ਸਾਲ ਯੂਬਾ ਸਿਟੀ ਦੀ ਸਾਰੀ ਸੰਗਤ ਨੇ ਰਲ ਕੇ ਇੱਕ ਟਾਸਕ ਫੋਰਸ ਸੀਗੀ ਤੇ ਰੈਨੋਵੇਸ਼ਨ ਦੀ ਲੋੜ ਸੀਗੀ। ਸਾਨੂੰ ਗੁਰੂ ਘਰ ਦੇ ਮੂਹਰੇ ਜਿਹੜਾ ਬਾਥਰੂਮ ਸਾਡੇ ਹੈ ਨਹੀਂ ਸੀਗੇ, ਉੱਥੇ ਲੇਡੀ ਸਾਈਡ ਦੇ, ਮੈਨ ਸਾਈਡ ਦੇ, ਤਾਂ ਬਾਕੀ ਜਿੰਨੀ ਸਾਰੀ ਐਂਟਰੀ ਸੀਗੀ ਉਹ ਸਾਰੀ ਫਿਰ ਵੀ ਡਨ ਕੀਤੀ। ਸਾਰਾ ਆਲਮੋਸਟ 6000 ਸਕੁਆਇਰ ਫੀਟ ਮੂਹਰੇ ਐਡ ਕੀਤਾ। ਤਾਂ ਬਾਹਰਲੇ ਪਾਸੇ ਜਿੱਥੇ ਆਪਣੇ ਨਿਸ਼ਾਨ ਸਾਹਿਬ ਦੇ ਦੁਆਲੇ, ਉੱਥੇ ਜਿਹੜਾ ਪੱਥਰ ਜਿਹੜਾ ਲਾ ਕੇ ਉਹ ਸਾਰਾ ਮੋਹਰੇ ਤਿਆਰ ਕੀਤਾ, ਤਾਂ ਉਹਦੇ ਨਾਲ ਜਿਹੜਾ ਗੁਰੂ ਘਰ ਦੀ ਲੁੱਕ ਚੇਂਜ ਆ। ਬਾਕੀ ਜਿਹੜੀ ਬਾਹਰਲੇ ਪਾਸੋਂ ਬਿਲਡਿੰਗ ਸੀ, ਸਾਡੀ ਬਿਲਡਿੰਗ ਵੈਰੀ ਸਟਰੋਂਗ ਬਿਲਡਿੰਗ ਆ, ਉਹ ਸਾਰੀ ਕੰਕਰੀਟ ਦੀ ਬਿਲਡਿੰਗ ਬਣੀ ਆ, ਉਹਦੀ ਜਿਹੜੀ ਸੀ ਓਲਡ ਲੁੱਕ ਸੀ ਉਹਨੂੰ ਕਰਕੇ ਸਾਰੀ ਰੈਨੋਵੇਟ ਕਰ ਦਿੱਤੀ ਬਾਹਰੋਂ। ਸੋ ਉਹਦੇ ਨਾਲ ਆਪਣੇ ਕਿਚਨ ਸੀਗੀ ਅਪਡੇਟ ਕਰਨ ਵਾਲੀ, ਉਹ ਵਗੈਰਾ ਕੀਤੀ। ਤਾਂ ਬਾਕੀ ਹੋਰ ਵੀ ਕੰਮ ਕਰਨ ਵਾਲੇ ਆ। ਤਾਂ ਇੱਕ ਹੀ ਸਾਡੀ ਸਾਰਿਆਂ ਨੇ ਬ੍ਰੇਕ ਕਰ ਲਈ, ਇੱਕ ਸਾਲ ਪਿਛਲੇ ਸਾਲ ਇੱਕ ਹੀ ਗਾਹਾਂ ਮੋਹਰੇ ਜਿਹੜਾ ਗਾਹਾਂ ਆਪਣੇ ਹਾਲ ਆ, ਜਿਹੜਾ ਜਿਹਨੂੰ ਆਪਣੇ ਕੈਫੇਟੀਰੀਆ ਕਹਿ ਦਿੰਦੇ ਆ, ਆਪਾਂ ਲੰਗਰ ਹਾਲ ਕਹਿੰਦੇ ਆ,
ਉਹ ਬੜਾ ਕਰਨ ਵਾਲਾ ਸਾਡਾ ਜਿਹੜਾ ਅੰਦਰਲੇ ਪਾਸੇ ਐਗਜ਼ਿਸਟਿੰਗ ਹਾਲ ਹੈਗਾ ਇਸ ਲਈ ਲੰਗਰ ਹਾਲ, ਉਹ ਅਸੀਂ ਚਾਹੁੰਦੇ ਹਾਂ ਵੀ ਸਾਰਾ ਹਾਲ ਦਾ ਬਣ ਜਾਵੇ ਅੰਦਰੋਂ। ਹਾਂ, ਉਹ ਬਣ ਜਾਣਾ। ਉਹ ਜਦੋਂ ਪੁਰਾਣੇ ਬਜ਼ੁਰਗਾਂ ਨੇ ਉਹ ਥੈਂ ਗੁਰੂ ਘਰ ਬਣਾਇਆ, ਉਹ ਗੱਭੇ ਇੱਕ ਫਾਲਸ ਵਾਲ ਆ, ਉਹ ਜਿਹੜੀ ਫਾਲਸ ਵਾਲ ਜਦੋਂ ਨਿਕਲਦੀ ਆ ਐਨੇ ਗੱਭਾ ਹੋ ਜਾਂਦਾ ਉਹਦੇ ਨਾਲ, ਉਹਦੇ ਕਰਕੇ ਵੀ ਉਹ ਜਿਹੜਾ ਗੁਰੂ ਘਰ ਆ ਸਾਰਾ ਖੁੱਲ੍ਹ ਸਕਦਾ। ਸੋ ਪਲਾਨਾਂ ਹੈਗੀਆਂ, ਬਾਕੀ ਮਹਾਰਾਜ ਨੂੰ ਪਤਾ ਵੀ ਕਿਹੜੇ ਤਰ੍ਹਾਂ ਕਰਾਂਗੇ, ਉਹਨੂੰ ਕੋਸ਼ਿਸ਼ ਤਾਂ ਹੈਗੀ ਆ। ਅੱਛਾ, ਇੱਕ ਗੱਲ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ, ਖਾਸ ਕਰਕੇ ਕਿਉਂਕਿ ਸਾਂਝਾ ਟੀਵੀ ਦੇ ਜਿਹੜੇ ਸਾਡੇ ਮੁੱਖ ਹੈਗੇ ਆ, ਜਿਹੜੇ ਪ੍ਰਬੰਧਕ ਕਹਿ ਲਈਏ ਜਾਂ ਸਾਡੇ ਜਿਹੜੇ ਬੌਸ ਕਹਿ ਲਈਏ, ਬਿਲ ਸੰਧੂ ਜੀ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਸੀ ਸਾਡੇ ਸਟਾਫ ਦੇ ਨਾਲ, ਤੇ ਮੇਰਾ ਮਨ ਆ ਕਿ ਮੈਂ ਜ਼ਰੂਰ ਇਸ ਗੱਲ ਨੂੰ ਤੁਹਾਡੇ ਨਾਲ ਸਾਂਝੀ ਕਰਾਂ। ਕਹਿੰਦੇ ਵੀ ਮੈਨੂੰ 2 ਦਿਨ ਹੋ ਗਏ ਇੱਥੇ, ਮੈਂ ਹਰ ਰੋਜ਼ ਸ਼ਾਮ ਨੂੰ ਇਹ ਗੱਲ ਦੇਖਦਾ ਆ, ਤੇ ਮੇਰੇ ਅੱਖੀ ਡਿੱਠੀ ਇਹ ਗੱਲ ਆ ਕਿ ਸ਼ੱਬਾ ਥਿਆਰਾ ਜੀ ਤੇ ਉਹਨਾਂ ਦੇ ਵਾਈਫ ਧਰਮ ਪਤਨੀ, ਉਹ ਤਕਰੀਬਨ ਸਾਰਾ ਸਮਾਂ, ਜੇ 24 ਘੰਟੇ ਆ ਤਾਂ 24 ਘੰਟੇ ਦੇ ਵਿੱਚੋਂ ਤਕਰੀਬਨ 20 ਘੰਟੇ ਦਾ ਸਮਾਂ ਹੁੰਦਾ ਵੀ ਉਹ ਇਸ ਗੁਰਦੁਆਰੇ ਦੀ ਹਦੂਦ ਦੇ ਵਿੱਚ ਹੁੰਦੇ ਆ ਤੇ ਇੰਤਜ਼ਾਮ ਦੇਖ ਰਹੇ ਹੁੰਦੇ ਆ। ਸੋ ਜਿਵੇਂ ਤੁਸੀਂ ਜੁੜੇ ਹੋਏ ਹੋ, ਤੁਹਾਡਾ ਪਰਿਵਾਰ ਜੁੜਿਆ ਹੋਇਆ, ਇਸੇ ਤਰ੍ਹਾਂ ਯੂਬਾ ਸਿਟੀ ਦੇ ਜਿਹੜੇ ਦੂਸਰੇ ਪਰਿਵਾਰ ਆ, ਜਿਹੜੇ ਇਸ ਗੁਰਦੁਆਰੇ ਦੇ ਪ੍ਰਬੰਧਾਂ ਦੇ ਨਾਲ ਤੁਹਾਡੇ ਨਾਲ ਜੁੜਦੇ ਆ, ਤੇ ਜਾਂ ਫਿਰ ਬਹੁਤ ਸਾਰੇ ਨਵੇਂ ਪਰਿਵਾਰ ਜਿਹੜੇ ਹੁਣ ਜੁੜ ਰਹੇ ਹੋਣੇ ਆ, ਸੋ ਉਹਨਾਂ ਦਾ ਜੇ ਅਸੀਂ ਜ਼ਿਕਰ ਕਰੀਏ ਜਾਂ ਉਹਨਾਂ ਨੂੰ ਤੁਸੀਂ ਕਿਵੇਂ ਉਤਸ਼ਾਹਿਤ ਕਰਦੇ ਹੋ, ਜਾਂ ਕਿਉਂਕਿ ਘਰ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਤੇ ਘਰਦਿਆਂ ਨੂੰ ਕਿਵੇਂ ਉਤਸ਼ਾਹਿਤ ਕਰਦੇ ਹੋ ਵੀ ਆਪਾਂ ਸੇਵਾ ਕਰਨੀ ਹੈ? ਦੇਖੋ ਜੀ, ਜਿਹੜੀ ਟਾਸਕ ਫੋਰਸ ਦੀ ਮੈਂ ਗੱਲ ਕੀਤੀ ਸੀ ਨਾ, ਤੁਹਾਨੂੰ ਪਤਾ ਕਮੇਟੀਆਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਜਾਂ ਪਾਰਟੀ ਵਾਈਜ਼ 1-2 ਪਾਰਟੀਆਂ ਬਾਹਰ ਹੁੰਦੀਆਂ ਹੀ ਆ। ਸੋ ਸਾਡੇ ਲਈ ਇਹ ਚੈਲੰਜਿੰਗ ਹੋ ਗਿਆ ਸੀਗਾ, ਸਾਡੀ ਸਾਰੀ ਕਮੇਟੀ ਦੇ ਲਈ ਇੰਪੋਸੀਬਲ ਚੀਜ਼ ਜਿਹੜੀ ਸੀ, ਕਹਿੰਦੇ ਨਹੀਂ ਹੋ ਸਕਦੀ। ਸੋ ਉਹਦੇ ਲਈ ਮੈਂ ਇਹ ਕਹਿਣਾ ਚਾਹੁੰਦਾ ਵੀ, ਮੈਂ ਚਾਹੁੰਦਾ ਵੀ ਮੇਰੀ ਜਿਹੜੀ ਕਮੇਟੀ ਨੇ ਵੀ ਮੇਰੇ ਦੇ ਉੱਤੇ ਇੰਨਾ ਜਿੱਦਾਂ ਕਹੋ ਵੀ ਕਿ ਵੀ ਹਾਂ ਹੋ ਸਕਦਾ ਵੀ ਇਹਨੂੰ ਜ਼ਿੰਮੇਵਾਰੀ ਸਾਂਭੀ ਜਾਈ। ਉਹ ਜ਼ਿੰਮੇਵਾਰੀ ਜਿਹੜੀ ਸਾਂਭ ਕੇ ਮੈਂ ਚਾਹੁੰਦਾ ਸੀਗਾ ਵੀ ਆਪਣੇ ਵੱਲੋਂ ਜਿੱਦਾਂ ਵੀ ਹੋ ਸਕਦਾ ਇਹਨੂੰ ਆਪਾਂ ਫਿਨਿਸ਼ ਕਰਨਾ। ਬਿਕਾਜ਼ ਬਾਹਰ ਇਹ ਵੀ ਹੋਇਆ ਸੀਗਾ ਵੀ ਇਹ ਕਦੀ ਹੋ ਨਹੀਂ ਸਕਦਾ, ਬਿਕਾਜ਼ 2 ਕਾਂਟਰੈਕਟਰਾਂ ਦੇ ਕੋਲੋਂ ਅਸੀਂ ਬੇਡਾਂ ਵੀ ਲਈਆਂ ਸੀ, ਉਹ ਕਹਿੰਦੇ ਅਸੀਂ ਕਰ ਨਹੀਂ ਸਕਦੇ। ਸੋ ਇਸ ਕਰਕੇ ਉਹ ਸੇਵਾ ਜਿਹੜੀ ਸੀ ਗੁਰੂ ਮਹਾਰਾਜ ਨੇ ਸਾਡੇ ਹੱਥ ਦੀ, ਤਾਂ ਮੈਂ ਇਕੱਲਾ ਸਾਡਾ ਪਰਿਵਾਰ ਨਹੀਂ, ਬਾਕੀ ਸਾਰੀ ਯੂਬਾ ਸਿਟੀ ਸਾਡੇ ਨਾਲ ਸੀ। ਬਿਕਾਜ਼ ਪੈਸੇ ਤੋਂ ਬਗੈਰ ਕੁਛ ਨਹੀਂ ਹੋ ਸਕਦਾ। ਉਸ ਗੁਰਦੁਆਰੇ ਲਈ ਆਲਮੋਸਟ 16 ਤੋਂ 17 ਲੱਖ ਡਾਲਰ ਜਿਹੜਾ ਗ੍ਰਾਹੀ ਬਾਹਰੋਂ ਆਇਆ ਵੀ ਸਾਰੇ ਨਾਲ ਮਿਲ ਕੇ। ਬਾਕੀ ਮੇਰਾ ਬ੍ਰਦਰ ਸੀਗਾ, ਮੇਰੇ ਬੇਟੇ ਬੇਟੀ, ਮਾਈ ਵਾਈਫ, ਸਾਰਾ ਸਾਡੇ ਘਰ ਦੇ ਜਿੰਨੇ ਵੀ ਸੀਗੇ, ਜਿੰਨੀ ਵੀ ਸਾਡੀ ਕੋਟਮੈਂਟ ਸੀ ਵਰਤ ਸਕੇ, ਜੋ ਵੀ ਕਰ ਸਕੇ ਉਹਦੇ ਫਿਨਿਸ਼ ਕਰਨ ਦੀ। ਹੁਣ ਜਿਹੜੀ ਬਿਲ ਭਾਜੀ ਨੇ ਗੱਲ ਕੀਤੀ ਹੈ ਨਾ, ਉਹ ਗੱਲ ਕੋਈ ਝੂਠੀ ਨਹੀਂ, ਗੱਲ ਸੱਚੀ ਆ। ਬਿਕਾਜ਼ ਲਾਸਟ ਡੇ ਤੱਕ ਉੱਥੇ ਮਾਰਬਲ ਲੱਗ ਰਿਹਾ ਸੀ, ਸਾਡੀ ਕਮੇਟੀ ਨੂੰ ਸਾਰੀ ਨੂੰ ਪਤਾ। ਉਹ ਫਰਾਈਡੇ ਦੀ ਗੱਲ ਕਰਦੇ ਆ, ਫਾਇਰ ਵਰਕ ਵੀ ਸੀਗੇ, ਤਾਂ ਮੈਂ ਫਾਇਰ ਵਰਕ ਆਨ ਹੋ ਗਏ ਕਰਾ ਕੇ, ਤਾਂ ਮੈਂ ਫਿਰ ਉੱਥੇ ਸੀਗਾ। ਬਿਕਾਜ਼ ਉਹਨਾਂ ਨੂੰ ਮੈਂ ਕਿਹਾ ਸੀ ਉਹ ਸਲੈਬਸ ਇੰਨੀਆਂ ਭਾਰੀਆਂ ਸੀਗੀਆਂ ਉਹ ਲੱਗ ਨਹੀਂ ਸੀ ਸਕਦੀਆਂ, ਬਿਕਾਜ਼ ਥੱਲੇ ਸੀਮੈਂਟ ਸੀਗਾ, ਉਹ ਸੁੱਕਾ ਨਹੀਂ ਸੀਗਾ। ਸੋ ਉਹ ਕਹਿੰਦੇ ਸੀ ਵੀ ਇੰਨੇ ਕੁ ਦਿਨ ਜਾਂ ਅਖੀਰਲੇ ਦਿਨਾਂ ਦੇ ਵਿੱਚ ਅਸੀਂ ਆ ਕੇ ਕਰਾ ਦੇਵਾਂਗੇ। ਉਹ ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਨੂੰ ਸਟਾਫ ਚਾਹੀਦਾ ਉਹਨੂੰ ਉਹ ਮਿਲਦੇ ਨਹੀਂ ਸੀ ਲੋਕ ਕੰਮ ਕਰਨ। ਸੋ ਦਿਨ ਰਾਤ ਉੱਥੇ ਕੰਮ ਜਿੰਨਾ ਵੀ ਚੱਲਦਾ ਸੀਗਾ ਉਹ ਦੇਖਣਾ ਹੀ ਪੈਣਾ ਸੀਗਾ। ਉੱਥੇ ਕਿਸੇ ਨਾ ਕਿਸੇ ਨੂੰ ਨਹੀਂ ਤਾਂ ਉਹ ਕੰਮ ਧੁਰ ਨਹੀਂ ਸੀ ਚੜ੍ਹਨਾ। ਦੂਜੀ ਗੱਲ, ਜਦੋਂ ਚੈਲੰਜਿੰਗ ਕੋਈ ਚੀਜ਼ ਹੁੰਦੀ ਨਾ, ਗੁਰੂ ਮਹਾਰਾਜ ਨੇ ਇਹ ਕਿਹਾ, ਮੈਨੂੰ ਤਾਂ ਇਹ ਕਿਹਾ ਕਿ ਜਿਸਲੇ ਕੋਈ ਚੈਲੰਜ ਹੋ ਫਿਰ ਖੜ ਜਾਓ। ਖੜ ਕੇ ਉਹ ਮੁੱਕਿਆ, ਪਰ ਕਰਾਇਆ ਉਹ ਨਹੀਂ ਆ ਉੱਪਰ ਵਾਲੇ। ਪਰ ਇਟਸ ਇੰਪੋਸੀਬਲ। ਜੋ ਕੁਛ ਸਾਰਾ ਸਿਸਟਮ, ਬਾਥਰੂਮ ਵਗੈਰਾ ਔਨ ਸੀਗੇ, ਸੈਪਟਿਕ ਟੈਂਕ ਜੋ ਵੀ ਸੀਗੇ ਸਾਰੇ ਚੱਲਦੇ ਸੀਗੇ, ਪਰ ਸਾਨੂੰ ਜਿਹੜਾ ਸੀਗਾ ਵੀ ਆਪਣੇ ਬੋਰਡ ਨੂੰ ਇਹੀ ਸਾਨੂੰ ਕਿਹਾ ਗਿਆ ਸੀਗਾ ਵੀ ਇਹ ਨਹੀਂ ਹੋ ਸਕਦਾ ਇੰਨੇ ਟਾਈਮ 'ਚ। ਸੋ ਮਹਾਰਾਜ ਨੇ ਕਿਰਪਾ ਕੀਤੀ ਸਾਡੀ ਸਾਰੇ ਯੂਬਾ ਸਿਟੀ ਦੇ ਨਗਰ ਦੇ ਉੱਤੇ, ਵੀ ਉਹ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਸੀਗਾ ਉਹਨੇ ਕਰਵਾ ਲਿਆ। ਇਸ ਵੇਲੇ ਇਹ ਕਹਿਣਾ ਚਾਹੁੰਦਾ, ਗੁਰੂ ਘਰ ਦੇ ਉੱਤੇ 1 ਸਿੰਗਲ ਸੈਂਟ ਦਾ ਕਰਜ਼ਾ ਨਹੀਂ ਚੜਿਆ ਉਹਦੇ ਨਾਲ। ਸੋ ਇਹ ਸਾਰਿਆਂ ਤੋਂ ਬੜੀ ਗੱਲ ਆ। ਪਰ ਉਹ ਇਸ ਕਰਕੇ ਵੀ ਸਾਰੀ ਸੰਗਤ ਨੇ ਉਹਦੇ ਵਿੱਚ ਮਦਦ ਕੀਤੀ, ਸਾਡੇ ਸਾਰੇ ਸਟਾਫ ਨੇ ਜਾ ਕੇ ਕਲੈਕਸ਼ਨ ਕੀਤੀ, ਜਾ ਕੇ ਸਾਡੇ ਸੈਕਟਰੀ ਸਾਹਿਬ ਨੇ, ਖਜ਼ਾਨਚੀ ਸਾਹਿਬ ਨੇ, ਸਾਡੇ ਜਿਹੜੇ ਆਪਣੇ ਨਾਲ ਜਿੰਨੇ ਆਪਣੇ ਹੈਗੇ ਆਪਣੇ ਸਾਬੀ ਉਨੀ ਬਾਬੀ ਹੋਣੀ, ਜਿੰਨੇ ਵੀ ਸੀ ਸਾਡੇ, ਉਨੀ ਸਾਰਿਆਂ ਨੇ ਜਾ ਕੇ ਟਰੱਕਿੰਗ ਕੰਪਨੀਆਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਤਾਂ ਉਹ ਗੁਰੂ ਘਰ ਦਾ ਜਿਹੜਾ ਸੀਗਾ ਜਿੰਨਾ ਵੀ ਸੀਗਾ ਪ੍ਰੋਗਰਾਮ ਸਾਡਾ ਉਹ ਫਿਨਿਸ਼ ਕੀਤਾ।
ਪਿਛਲੀ ਵਾਰੀ ਅਸੀਂ ਦੇਖਿਆ, ਕਿਉਂਕਿ ਸਾਡੇ ਅੱਖੀਂ ਡਿੱਠੀ ਇਹ ਗੱਲ ਆ ਕਿ ਹਰ ਜਗ੍ਹਾ ਦਾ ਹਰ ਕੰਮ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੋਇਆ ਸੀ, ਚਾਹੇ ਉਹ ਆਪਾਂ ਸਟਾਲਸ ਦੀ ਗੱਲ ਕਰੀਏ ਜਾਂ ਆਪਾਂ ਪਾਰਕਿੰਗ ਦੀ ਗੱਲ ਕਰੀਏ, ਬਹੁਤ ਵਧੀਆ ਬਿਹਤਰੀਨ ਇੰਤਜ਼ਾਮ ਸੀਗੇ ਹਰ ਚੀਜ਼ ਦੇ। ਇਸ ਸਾਲ ਵੀ ਜਦੋਂ ਅਸੀਂ ਸਾਂਝਾ ਟੀਵੀ ਜ਼ਰੂਰ ਬੇਸ਼ੱਕ ਪਹੁੰਚੂਗਾ, ਜੇ ਤੁਸੀਂ ਸੱਦਾ ਦਿਓਗੇ ਤਾਂ ਫਿਰ ਅਸੀਂ ਬਿਲਕੁਲ ਪਹਿਲਾਂ ਵੀ ਪਹੁੰਚਾਂਗੇ, ਪਰ ਉੱਥੇ ਹੁਣ ਇਸ ਸਾਲ ਦੇ ਇੰਤਜ਼ਾਮਾਂ ਵਾਸਤੇ ਤੁਸੀਂ ਖਾਸ ਕੀ ਉਚੇਚ ਕਰ ਰਹੇ ਹੋ? ਕਿਉਂਕਿ ਪਿਛਲੀ ਵਾਰੀ ਇਹ ਵੀ ਜ਼ਿਕਰਯੋਗ ਆ ਕਿ ਤੁਸੀਂ 100 ਦੇ ਕਰੀਬ ਖੇਤ ਅਜਿਹੇ ਮੁਹੱਈਆ ਕਰਵਾਏ ਸੀ ਜਿਹਦੇ ਵਿੱਚ ਪਾਰਕਿੰਗ ਲੱਗ ਸਕਦੀ ਸੀ। ਸੋ ਇਹੋ ਜਿਹੇ ਜਦੋਂ ਕੰਮ ਸ਼ਲਾਘਾਯੋਗ ਕੰਮ ਹੁੰਦੇ ਆ ਤੇ ਫਿਰ ਕਮਿਊਨਿਟੀ ਆਪ ਹੀ ਨਾਲ ਹੌਸਲਾ ਅਫਜ਼ਾਈ ਵੀ ਕਰਦੀ ਆ, ਸਾਥ ਵੀ ਦਿੰਦੀ ਆ। ਇਸ ਸਾਲ ਦੇ ਇੰਤਜ਼ਾਮਾਂ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਇੰਤਜ਼ਾਮ ਤਾਂ ਪਿਛਲੇ ਸਾਲ ਨਾਲੋਂ ਵੀ ਵਧੀਆ ਕਰਾਂਗੇ। ਬਾਕੀ ਆ ਪਾਰਕਿੰਗ ਲਾਟ ਜਿਹੜੀ ਹੈਗੀਆਂ ਥੋੜ੍ਹੀਆਂ ਬਦਲਣੀਆਂ ਪੈਣੀਆਂ, ਸਾਨੂੰ ਹੋਰ ਏਕੜ ਜਿਹੜੀ ਹੈਗੀ ਆ ਉਹ ਕਰਨੀ ਪੈਣੀ ਆ। ਉੱਥੇ ਪਾਰਕਿੰਗ ਪੂਰੀ ਪ੍ਰੋਪਰ ਹੋਊਗੀ। ਸੋ ਜਿਹੜਾ ਪੁਲਿਸ ਆ, ਸਿਕਿਉਰਿਟੀ ਆ, ਇਹ ਤੁਸੀਂ ਪਰਮਿਟਿੰਗ ਜੋ ਵੀ ਆ ਸਾਰਾ ਕੁਝ ਟਾਪ ਨਾਚ ਹੋਗਾ। ਜਿਹੜਾ ਆਪਣੇ ਜਿੱਦਾਂ ਬੜੀਆਂ ਸਕਰੀਨਸ ਵਗੈਰਾ ਜੋ ਵੀ, ਬਾਕੀ ਨਿਆਣਿਆਂ ਦੇ ਲਈ ਆਪਾਂ ਪਿਛਲੇ ਸਾਲ ਵੀ ਆਪਣੇ ਉਹਨੂੰ ਫੇਅਰ ਜਿਹਨੂੰ ਕਹਿੰਦੇ ਰਾਈਡਸ ਵਗੈਰਾ ਉਹ ਵੀ ਕਰਾਂਗੇ। ਐਕੀ ਸਟਾਲ ਜਿਹੜੇ ਹੈਗੇ ਆ ਉਹ ਵੀ ਫਿਰ ਲੱਗ ਰਹੇ ਆ ਪਿਛਲੇ ਸਾਲ 60 ਤੋਂ 70 ਸਟਾਲ ਆਪਾਂ ਹੋਰ ਬਣਾਉਣੇ ਪਏ ਸੀ ਪਾਰਕਿੰਗ ਲਾਟ। ਸੋ ਉਹ ਵੀ, ਪਰ ਕੋਈ ਕਸਰ ਬਾਕੀ ਬਾਬੇ ਨੂੰ ਪਤਾ, ਪਰ ਕੋਸ਼ਿਸ਼ ਇਹ ਹੈ ਸਾਡਾ ਸਾਰਾ ਜਿੰਨਾ ਵੀ ਹੈਗਾ ਸਟਾਫ ਇਸ ਕੰਮ ਦੇ ਉੱਤੇ ਦਿਨ ਰਾਤ ਲੱਗੇ ਹੋਆ ਮਿਹਨਤ ਕਰਨ। ਤਾਂ ਬਾਕੀ ਅਖੰਡ ਪਾਠ ਸਾਹਿਬ ਚੱਲਦੇ ਆ 6 7 8 ਵੀਕਐਂਡ। ਅੱਜ ਵੀ ਮੈਂ ਆਇਆ ਸਵੇਰੇ ਮੱਥਾ ਟੇਕ ਕੇ ਆਇਆ, 7 ਅਖੰਡ ਪਾਠਾਂ ਦੇ ਭੋਗ ਪਏ ਆ। ਸੋ ਸੰਗਤ ਐਨ ਪੂਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ। ਅੱਛਾ, ਹੁਣ ਤੁਸੀਂ ਸਾਨੂੰ ਜ਼ਰੂਰ ਦੱਸੋ ਜੀ, ਕਿਉਂਕਿ ਬਹੁਤ ਸਾਰੇ ਸਾਡੇ ਵਿਊਅਰ ਹੁੰਦੇ ਆ ਜਿਹੜੇ ਕੈਨੇਡਾ ਦੇ ਵਿੱਚ ਸਾਂਝਾ ਟੀਵੀ ਤੇ ਲਾਈਵ ਟੈਲੀਕਾਸਟ ਦੇਖ ਰਹੇ ਸੀ ਪਿਛਲੇ ਵਾਰੀ ਵੀ, ਵੈਸੇ ਵੀ ਉਹ ਦੇਖਣਾ ਚਾਹੁੰਦੇ ਆ। ਸਾਨੂੰ ਬਹੁਤ ਸਾਰੀ ਫੀਡਬੈਕ ਅਜਿਹੀ ਆਉਂਦੀ ਆ ਕੈਨੇਡਾ ਤੋਂ ਇਲਾਵਾ ਜਿਹੜੀ ਕਵਰੇਜ ਆ ਇੰਗਲੈਂਡ, ਆਸਟ੍ਰੇਲੀਆ ਜਾਂ ਇਹਨਾਂ ਮੁਲਕਾਂ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਕਹਿ ਲਈਏ ਕਿ ਆਲ ਓਵਰ ਦ ਵਰਲਡ। ਸੋ ਉਹ ਉਡੀਕ ਕਰ ਰਿਹਾ ਕਿ ਤੁਸੀਂ ਯੂਬਾ ਸਿਟੀ ਦੇ ਆਉਣ ਵਾਲੇ ਨਗਰ ਕੀਰਤਨ ਦੀ ਤਰੀਕ ਜ਼ਰੂਰ ਸਾਨੂੰ ਦੱਸੋ ਕਿ ਕਦੋਂ ਉਹ ਹੋਣਗੇ ਸਮਾਗਮ। ਹਾਂਜੀ, ਉਹ 5 ਤਰੀਕ ਸੰਡੇ ਨੂੰ ਆ। ਆਪਣਾ ਪ੍ਰੋਗਰਾਮ 3 4 5 ਨੂੰ, 3 ਨੂੰ ਜਿੱਦਾਂ ਹੀ ਸੇਮ ਰੈਗੂਲਰ ਜਿਹੜੇ ਆਪਣੇ ਫਾਇਰਵਰਕਸ, ਤਾਂ 4 ਨੂੰ ਕੀਰਤਨ ਦਰਬਾਰ ਜਿਹੜਾ ਚੱਲਦਾ ਐਨ। ਬਾਕੀ ਉਹ ਤੋਂ ਪਹਿਲਾਂ ਜਿਹੜੇ ਆ 2 ਵੀਕਾਂ ਜਿੱਦਾਂ ਢਾਡੀ ਦਰਬਾਰ, ਬੱਚਿਆਂ ਦੇ ਪ੍ਰੋਗਰਾਮ ਵਗੈਰਾ, ਉਹ ਸਾਰੇ ਆਪਾਂ ਅਨਾਉਂਸ ਕਰੀ ਜਾਵਾਂਗੇ। ਨਾਲ ਤੁਹਾਨੂੰ ਵੀ ਅਪਡੇਟ ਦੇ ਦੇਵਾਂਗੇ, ਤੁਸੀਂ ਵੀ ਪਾ ਦਿਓ ਉਹਦੇ ਉੱਤੇ ਸਾਰੇ। ਉਹ ਜਿਹੜੇ ਹੈਗੇ ਆ ਉਹ ਕੱਲ੍ਹ ਨੂੰ ਸਾਡੀ ਮੀਟਿੰਗ ਹੈਗੀ ਆ, ਉਹਦੇ ਵਿੱਚ ਸਾਰੀ ਅਪਡੇਟ ਕਰਕੇ ਜਿਸਲੇ ਸਾਰਾ ਇਸ਼ਤਿਹਾਰ ਬਣ ਜਾਂਦਾ ਉਹ ਸਾਰੇ ਬਾਹਰ ਉੱਪਰ ਦਾ ਕਰ ਦਿਆਂਗੇ। ਸੋ ਸਾਰਿਆਂ ਨੂੰ ਜਿੰਨੀ ਵੀ ਹੈਗੀ ਆ, ਪਰ ਮੈਂ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਾਰੀ ਸੰਗਤ ਦੇ ਕੋਲ ਜਿਹੜੀ ਸਾਂਝਾ ਟੀਵੀ ਦਾ ਪ੍ਰੋਗਰਾਮ ਸੁਣੇ, ਤਾਂ ਤਿੰਨੇ ਦਿਨ 3 4 5 ਨੂੰ ਨਵੰਬਰ ਦੀ ਨੂੰ ਪਹੁੰਚੋ। ਤਾਂ ਆ ਕੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਮਿਹਨਤ ਕਰੋ। ਤਾਂ ਆਪਣੇ ਨਿਆਣਿਆਂ ਨੂੰ, ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ। ਬਿਲਕੁਲ ਜੀ। ਤੇ ਅਖੀਰ ਦੇ ਵਿੱਚ ਜਿੰਨੇ ਵੀ ਸਾਡੇ ਟੀਵੀ ਨੂੰ ਦੇਖ ਰਹੇ ਆ, ਤੁਹਾਨੂੰ ਦੇਖ ਰਹੇ ਆ, ਤੁਹਾਡੀਆਂ ਗੱਲਾਂ ਬਾਤਾਂ ਨੂੰ ਸੁਣ ਰਹੇ ਆ, ਉਹਨਾਂ ਲਈ ਕੀ ਸੁਨੇਹਾ ਦਓਗੇ? ਬੱਚਿਆਂ ਨੂੰ ਅਸੀਂ ਕਿਵੇਂ ਜੋੜੀਏ ਗਾਹਾਂ ਚੰਗੇ ਪ੍ਰੋਗਰਾਮਸ ਦੇ ਨਾਲ? ਬੱਚਿਆਂ ਨੂੰ ਤਾਂ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਓਪਨ ਹੋਵੋ ਬੱਚਿਆਂ ਦੇ ਨਾਲ, ਬਿਕਾਜ਼ ਜਿਹੜਾ ਪੁਰਾਣਾ ਮਾਹੌਲ ਆ ਉਸ ਹਿਸਾਬ ਨਾਲ ਨਹੀਂ ਇਹ ਚੱਲ ਹੋਣਾ। ਆਪਾਂ ਤੋਂ ਜਿੱਥੇ ਆਪਾਂ ਜਿਹੜੇ ਮੁਲਕ ਅੱਜ ਰਹਿ ਰਹੇ ਹਾਂ, ਬਿਕਾਜ਼ ਕੰਟਰੀ ਫ੍ਰੀ ਆ, ਜਿੰਨਾ ਵੀ ਆਪਾਂ ਇਹਨਾਂ ਦੇ ਉੱਤੇ ਕੱਟੜਪੁਣਾ ਕਰਾਂਗੇ ਉਹ ਆਪਣੇ ਤੋਂ ਪਰੇ ਹੋਗੇ। ਕੁਛ ਪਰਿਵਾਰ ਬਹੁਤ ਲੱਕੀ ਆ ਜਿਹੜੇ ਉਹ ਕਰ ਸਕਦੇ ਆ, ਪਰ 90% ਪਰਿਵਾਰ ਜਿਹੜੇ ਹੈਗੇ ਆ ਜਿਹੜਿਆਂ ਨੂੰ ਕੱਟੜਪੁਣਾ ਤੋਂ ਪਰੇ ਹੋਣਾ ਪਊਗਾ। ਬਿਕਾਜ਼ ਬੱਚੇ ਨਹੀਂ ਸੁਣਦੇ, ਉਹਨਾਂ ਨੂੰ ਰਾਹ ਦੂਏ ਪਾਸੇ ਹੁੰਦੀ ਤਾਂ ਉਹ ਸੌਖਾ ਦੇਖਦੇ ਆ, ਉੱਧਰ ਨੂੰ ਤੁਰ ਪੈਂਦੇ ਆ। ਸੋ ਆਪਾਂ ਨੂੰ ਓਪਨ ਆਰਮ ਕਰਨੀਆਂ ਪਊਗੀਆਂ ਸਾਰਿਆਂ ਨੂੰ, ਨਿਆਣਿਆਂ ਨੂੰ, ਤੇ ਆਓ ਵੈਲਕਮ ਜਿੱਦਾਂ ਵੀ ਤੁਸੀਂ ਹੈਗੇ ਆ। ਐਂਡ ਮੇਬੀ ਹੌਲੀ ਹੌਲੀ ਉਹ ਚੇਂਜ ਹੋ ਸਕਦੇ ਆ। ਸੋ ਤੁਸੀਂ ਆਪਣੇ ਬਹੁਤ ਰੁਝੇਵਿਆਂ ਵਾਲੇ ਸਮੇਂ 'ਚੋਂ ਅੱਜ ਕੀਮਤੀ ਸਮਾਂ ਸਾਨੂੰ ਦਿੱਤਾ, ਇਸ ਲਈ ਸਾਂਝਾ ਟੀਵੀ ਬਹੁਤ ਸ਼ੁਕਰਗੁਜ਼ਾਰ ਆ ਜੀ। ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ। ਬਿੱਲ ਸਾਹਿਬ ਦਾ ਬਹੁਤ ਧੰਨਵਾਦ। ਬਾਕੀ ਤੁਹਾਡੇ ਸਾਰੇ ਸਟਾਫ ਦਾ ਇੱਥੇ ਪਹੁੰਚਣ ਦਾ ਆਪਣੇ, ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਸਾਡੀ ਸਾਰੀ ਕਮੇਟੀ ਵੱਲੋਂ ਜਿੰਨੀ ਸਾਧ ਸੰਗਤ ਦੀ ਸਲੇਟ ਆ ਉਹ ਤੁਹਾਡਾ ਬਹੁਤ ਧੰਨਵਾਦ ਕਰਦੇ ਆ। ਥੈਂਕ ਯੂ ਜੀ। ਅਖੀਰ 'ਚ ਆਪਾਂ ਫਤਿਹ ਦੀ ਸਾਂਝ ਲੈਂਦੇ ਹਾਂ ਤੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।